अस्सलाम वालेकुम नाज़रीन, प्रोग्राम है आपकी आवाज़। यकूब साहब आज हमारे साथ हैं इटली से, काफ़ी दिनों के बाद इनके साथ प्रोग्राम है। देखेंगे यकूब साहब क्या कहते हैं। अस्सलाम वालेकुम यकूब साहब। वालेकुम सलाम व रहमतुल्लाहि व बरकातुहू। क्या हाल है आपका? तबीयत कैसी है आपकी? बस तबीयत जड़ी है शुक्रिया हुई तो वल गल ही हो जड़ी पर जड़ी खबरां सुनिया सुन के जवेद साहब अगे मैं एक प्रोग्राम पकड़िया एक बंदे दा पिया ਉਹਦੀ ਗੱਲ ਬੜੀ ਸੱਚੀ ਹੈ। ਪਰ ਜੇ ਬੰਦੇ ਦੀ ਗੈਰਤ ਨਾ ਹੋਵੇ, ਅਕਲ ਨਾ ਹੋਵੇ, ਜੇ ਸੋਚ ਹੀ ਨਾ ਹੋਵੇ, ਪਤਾ ਹੀ ਨਾ ਹੋਵੇ ਅਸੀਂ ਕਾਹਦੇ ਵਾਸਤੇ ਦੁਨੀਆ 'ਚ ਆਏ ਆ ਤੇ ਪ੍ਰੋਗਰਾਮ ਕਰੀਦਾ ਤੇ ਇਸ ਵਾਸਤੇ ਨਹੀਂ ਮਿੱਠੀਆਂ ਮਿੱਠੀਆਂ ਗੱਲਾਂ ਗੋਲੀਆਂ ਕੋਈ ਦਵਾਈ ਜਿਹੜੀ ਦੀ ਨਾ ਜ਼ਹਿਰ ਵੀ ਦੇਣੀ ਪੈਂਦੀ ਹੈ ਤੇ ਤਾਂ ਹੀ ਆਰਾਮ ਆਉਂਦਾ। ਮੈਂ ਤੁਹਾਨੂੰ ਦੱਸਿਆ ਸੀ ਨਾ, ਮੈਂ ਤਾਂ ਕੀਤੀ ਸੀ ਵਜੇ ਸਰ ਮੇਰਾ ਬਾਈਪਾਸ ਹੋਣਾ ਸੀ ਨਾ, ਹੁਣ ਤੇ ਡਾਕਟਰ ਮੇਰੇ ਪੁੱਤਰ ਨੂੰ ਕਿਹਾ ਪਿਓ ਕੋਲ ਪੁੱਛ ਲੈ, ਇਹਦੀ ਹਾਲਤ ਕੋਈ ਨਹੀਂ ਬਚਣੇ ਵਾਲੀ। ਇਹ ਹੱਡੀ ਇਹਦੀ ਮੁੱਠ 70 ਸਾਲ ਦਾ 8 ਸਾਲ ਦੇ ਗੁਰਦੇ ਸਾਫ਼ ਹੁੰਦੇ ਹੋ ਗਏ ਨੇ ਤੇ ਇਸ ਬੰਦੇ ਸਾਹ ਸੱਤ ਕੋਈ ਨਹੀਂ ਬਚਣਾ ਕੋਈ ਨਹੀਂ। ਉਹ ਜੀ ਫਿਰ ਤੇਰੀ ਮਰਜ਼ੀ ਹੈ, ਚਲੋ ਜਿਹੜੇ 2 ਮਹੀਨਾ ਕੱਢ ਦਾ ਕੱਢ ਜਾ ਰਹਿਣ ਸਵੇਰੇ। ਤੇ ਮੈਨੂੰ ਆਦਾ ਮੈਂ ਕਿਹਾ ਪੁੱਤਰ ਜਿਹੜੀ ਅਜ਼ੀਅਤ ਦੀ ਮੌਤ ਨੇ ਬੜੀ ਬੁਰੀ ਇਹ ਘੜੀ ਵੀ ਮੈਨੂੰ ਕੀ ਪਤਾ ਅੱਗੇ ਬਾਅਦ ਇਹ ਵੀ ਦੱਸਿਆ ਦੋਵੇਂ ਨੂੰ ਹਾਰਟ ਅਟੈਕ ਹੋ ਚੁੱਕੇ ਨੇ ਪਹਿਲਾਂ ਤੇ ਵਧੀਆ ਭੱਜ ਗਿਆ ਤੇ ਮੈਂ ਆਖਿਆ ਰਾਤੀ ਮਰਨਾ ਕੱਲ ਮਰਨਾ ਪਤਾ ਨੂੰ ਕੋ ਕਰੋ ਆਪਰੇਸ਼ਨ ਮੇਰਾ ਜੀ ਹੋ ਗਿਆ। ਜਿਹੜੀ ਲਿਖੀ ਹੈ ਮੇਰੀ ਰੱਬ ਕੋਲ ਲਿਖੀ ਹੈ ਇਹ ਜਿਹੜੀ ਹੈ ਨਾ ਇੰਤਜ਼ਾਰ ਦੀ ਮੌਤ ਜਾਂ ਅਜ਼ੀਅਤ ਦੀ ਮੌਤ ਇਹਦੇ ਵਿੱਚ ਜਵੇਦ ਸਾਹਿਬ ਕੋਈ ਨਾ ਗੱਲ ਬੰਦੇ ਦੀ ਵੀ ਹੈ। ਫਿਰ 6 ਦਿਨ ਨਹੀਂ ਮੈਂ ਬੋਲਿਆ, 7ਵੇਂ ਦਿਨ ਮੇਰੀ ਵਧੀ ਤੇ ਮੈਂ ਅੱਖਾਂ ਖੋਲ ਲਈਆਂ ਤੇ ਇਸ ਵਾਸਤੇ ਗੱਲ ਇਹ ਹੈ ਜਿਹੜੀ ਹੈ ਨਾ ਬਗੈਰਤੀ ਦੀ ਜ਼ਿੰਦਗੀ ਸੱਚ ਨਹੀਂ ਬੋਲਣਾ ਨਾ ਤੱਕਣਾ ਬੰਦਿਆਂ ਨੂੰ ਕਈਆਂ ਚਲੋ YouTube ਦੇ ਕਾਰੋਬਾਰ ਆਪਣੀ ਰੋਜ਼ੀ ਕਮਾਉਂਦੇ ਨੇ ਉਹਨਾਂ ਦਾ ਕੰਮ ਹੈ। ਮੈਂ ਉਹਨਾਂ ਨੂੰ ਗਲਤ ਵੀ ਨਹੀਂ ਆਖਦਾ ਇਸ ਵਾਸਤੇ ਬਸ ਦਰਿੰਦਿਆਂ ਦੇ ਸਾਹਮਣੇ ਹਰ ਬੰਦਾ ਨਹੀਂ ਬੋਲ ਸਕਦਾ। ਮੈਂ ਤੱਕਣਾ ਨਾ ਕਈ ਵਾਰੀ ਇਹ ਸ਼ੇਰ ਪੈਂਦਾ ਆਮ ਜਾਨਵਰ ਤੇ ਕਈ ਹਰਨ ਤੋਂ ਸਿੰਘ ਮਾਰ ਕੇ ਕਿਲੋਮੀਟਰ ਕਿਉਂ ਢਿੱਡ ਪਾ ਸਕਦੇ ਸ਼ੇਰ ਨੂੰ ਮਾਰ ਸਕਦੇ ਉਹ ਸਾਰੇ ਹਰਨ ਸ਼ੇਰ ਨਹੀਂ ਬਾਕੀ ਛੋਲੇ ਹਰਨ ਜਿਹੜੇ ਨਾ ਉਹ ਅੱਗੋਂ ਰਹੀ ਨਹੀਂ ਉਹ ਧੌਣ ਚੱਕ ਬੰਦੇ ਨੇ ਬਹਿ ਜਾਂਦੇ ਨੇ। ਹੁਣ ਜਿਹਨਾਂ ਬੰਦਿਆਂ ਪੱਖਾਂ 'ਚ ਵਸਣਾ ਲੇਕਿਨ ਬੇਗੈਰਤੀ ਹੈ ਜਿਵੇਂ ਸਾਹਿਬ ਅਗਲੇ ਪ੍ਰੋਗਰਾਮ ਸ਼ੁਰੂ ਕਰ ਫਿਰ ਗੱਲ ਕਰਦੇ ਆ। ਪ੍ਰੋਗਰਾਮ ਚੱਲ ਰਿਹਾ ਹੈ ਗੱਲ ਸ਼ੁਰੂ ਕਰੀ ਰੱਖੋ। ਅੱਛਾ ਚਲੋ ਠੀਕ ਹੈ ਚੱਲਦਾ ਪਿਆ ਠੀਕ ਹੈ। ਤੇ ਉਹ ਮੈਂ ਅਰਜ਼ ਕਰਨਾ ਪਿਆ ਉਹ ਯਕੀਨ ਕਰੋ ਇਸ ਵੇਲੇ ਜੇ ਗੈਰ ਤੇ ਇਮਾਨੀ ਹੋਵੇ ਬੰਦੇ 'ਚ ਸੂਝ ਬੂਝ ਜਾਵੇ 25 ਕਰੋੜ ਅਸੀਂ ਆਵਾਮ ਅਤੇ ਜੇ ਸਾਡੇ 'ਚ 5 ਕਰੋੜ ਦੀ ਅਕਲਮੰਦ ਨਹੀਂ ਤੇ ਫਿਰ ਇਸਰਾਈਲ ਸੱਚਾ ਫਲਸਤੀਨ ਤੇ ਜ਼ੁਲਮ ਕਰਦਾ ਪਿਆ। ਪਰ ਉਹ ਤੇ ਮਜਬੂਰ ਨੇ ਉਹਨਾਂ ਦੀਆਂ ਪਹਿਲਾਂ ਬਜ਼ੁਰਗਾਂ ਦੀਆਂ ਗਲਤੀਆਂ ਤੀਜੀ ਪੀੜ੍ਹੀ ਅਗਰ ਉਹਨੂੰ ਗੈਰਤ ਆਈ ਉਹਨੂੰ ਕੁਰਬਾਨੀ ਦਿੱਤੀ ਹੈ ਲੇਕਿਨ ਅਸੀਂ ਤੇ ਬਹੁਤ ਗੰਦੇ ਆ ਨਾ। ਉਹ ਤੇ ਸ਼ੁੱਧ ਇੱਕ ਸ਼ਹਿਰ ਹੈ ਕੋਟਲੀ 2 ਜ਼ਿਲ੍ਹਿਆਂ ਜਿੰਨਾ ਕਰਦਾ ਅਸੀਂ 25 ਕਰੋੜ ਆਵਾਮ ਆ ਸਾਡਾ ਬੜਾ ਵੱਡਾ ਮੁਲਕ ਹੈ ਔਰ ਸਾਡੀ ਪੁਲਿਸ ਵਿੱਚ ਕਮ ਅਜ਼ ਕਮ ਚੌਖੇ ਨਹੀਂ 30% ਬੰਦੇ ਗੈਰਤਮੰਦ ਵੀ ਹੈ ਨਾ 70% ਬੇਗੈਰਤ ਹੋ ਗਏ ਨੇ ਆਰਾਮੀ ਨੇ ਦਰਿੰਦੇ ਨੇ। ਫੌਜ ਵਿੱਚ ਵੀ ਕਮ ਅਜ਼ ਕਮ ਸਾਡੀ ਜਿਹੜੀ ਫੌਜ ਹੈ 3 ਹਿੱਸੇ ਗੈਰਤਮੰਦ ਹੈ ਚੌਥਾ ਹਿੱਸਾ ਬੇਗੈਰਤ ਹੋ ਗਈ ਹੈ ਕਿਉਂਕਿ ਇਹਨਾਂ ਲੋਕਾਂ ਨੂੰ ਲਾਲਚ ਦੇ ਛੜਿਆ। ਕਪਤਾਨ ਪਹਿਲਾਂ ਮੈਂ ਕਿਹਾ ਸਾਡੀ ਫੌਜ ਕਰਨ ਦਾ ਠੀਕ ਹੈ ਹੁਣ ਸਾਡੀ ਕਰਨ ਤੱਕ ਵੀ ਫੌਜ ਠੀਕ ਨਹੀਂ ਹੈ ਸਿਰਫ ਸੁਬੇਦਾਰ ਮੇਜਰ ਤੱਕ ਸਿਪਾਹੀ ਤੋਂ ਲਾ ਕੇ ਇਹਨਾਂ ਕਪਤਾਨ ਨੂੰ ਮੇਜਰਾਂ ਨੂੰ ਕਰਨਲਾਂ ਨੂੰ ਬਰਗੇਡੀਅਰਾਂ ਨੂੰ ਜਨਰਲਾਂ ਨੂੰ ਇਹਨਾਂ ਨੇ ਮੁਲਕ ਇਹਨਾਂ ਨੂੰ ਉੱਤੋਂ ਜਵੇਦ ਸਾਹਿਬ ਅਸਲ ਹਕੀਕਤ ਇਹ ਹੈ ਇੱਕ ਆਲਮੀ ਸਾਜ਼ਿਸ਼ ਹੈ ਦੁਨੀਆ ਪੂਰੀ ਤੇ ਮੁਲਕ ਦੇ ਖਿਲਾਫ। ਇਹ ਚੁਣ ਕੇ ਜਿਹੜੇ ਕੋਈ ਬੰਦਾ ਮੰਨਦਾ ਜਿਹਦੇ 'ਚ ਈਮਾਨ ਦੀ ਇੱਕ ਰੱਤੀ ਵੀ ਹੈ ਪਾਕਿਸਤਾਨ 'ਚ ਉਹ ਬੰਦਾ ਮੰਨਦਾ ਕਿ ਜਿਹੜੇ ਆਸਮਾ ਮੁਨਾਫਿਕ ਇੱਕ ਗੰਦੇ ਮੌਲਵੀ ਦਾ ਪੁੱਤਰ ਗਦਾਈ ਦੀ ਕੋਈ ਨਸਲ ਦਾ ਪਤਾ ਨਹੀਂ ਮਦਦ ਦਾ ਨਹੀਂ ਪਤਾ ਕਿੱਥੋਂ ਆਇਆ ਕੌਣ ਨਹੀਂ। ਇਹ ਬੰਦਾ ਸਲਵਾਰ ਕਮੀਜ਼ ਪਾ ਕੇ ਡੇਰੀ ਅਸਲ ਇੱਕ ਦਿਹਾੜ ਫੇਰ ਆਵੇ ਜਿੰਨਾ ਬੂਹੇ ਤੋਂ ਗਦਾਮ ਆ ਕੇ ਪੜਿਆ ਤੇ ਮੈਨੂੰ ਆਖੇ ਤੇਰਾ ਯਕੂਬ ਪਿਓ ਹੀ ਕੋਈ ਨਹੀਂ। ਮੈਂ ਮੰਨਾਂਗਾ ਕਿ ਜਨਰਲ ਹੈ ਇਹ ਤੇ ਮਜ਼ਾਕ ਬਣਨ ਦੇ ਕਾਬਲ ਦਾ ਨਹੀਂ ਇਹਦਾ ਮੂੰਹ ਚਲੋ ਤੇ ਜੋ ਵੀ ਬਣ ਗਿਆ ਗੱਲ ਸੁਣੋ ਉਹ ਮੇਰੀ ਬਜ਼ੁਰਗੋ ਗੱਲ ਸੁਣੋ ਤੇ ਬਣ ਗਿਆ ਇਸ ਟਾਈਮ ਚੀਫ ਆਫ ਆਰਮੀ ਸਟਾਫ ਹੈ। ਇਹ ਦੱਸੋ ਕਿ ਉਹ ਪੂਰੀ ਚੀਫ ਆਰਮੀ ਸਟਾਫ ਹੈ ਗੱਦਾਰੀ ਆ ਮੈਂ ਇਹਨੂੰ ਉੱਤੇ ਲਿਆਂਦਾ ਗਿਆ ਗੱਦਾਰ ਹੈ ਇਹ ਚੀਫ ਆਫ ਆਰਮੀ ਸਟਾਫ ਕੋਈ ਨਹੀਂ। ਜਿਵੇਂ ਸਾਬਤ ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲੁल्लाह ਜਿਹੜਾ ਇਹਨੂੰ ਚੀਫ ਆਫ ਆਰਮੀ ਸਟਾਫ ਮੰਨਦਾ ਇਹਦੇ ਆਰਡਰ ਨੂੰ ਫਾਲੋ ਕਰਦਾ ਪਿਆ। ਤੁਸੀਂ ਜਵੇਦ ਸਾਹਿਬ ਤੱਕੋ ਇਸ ਵੇਲੇ 25 ਕਰੋੜ ਦਾ ਮੁਲਕ ਹੈ ਐਟਮੀ ਤੱਕ ਅਸੀਂ ਸਾਡੀ ਫੌਜ ਹੈ ਜਿਤਨਾ ਜਿਹਦੇ ਘਰ ਹਮਲਾ ਕਰਦੇ ਨੇ ਕੋਈ ਇਮਰਾਨ ਖਾਨ ਦੇ ਖਿਲਾਫ ਕੇਸ ਹੈ ਜੇ ਕੋਈ ਇੱਕ ਵੀ ਕੇਸ ਦੱਸੋ ਪੂਰੀ ਦੁਨੀਆ ਦੀਆਂ ਬਾਹਰ ਦੀਆਂ ਬਰੂਨੀ ਤਾਕਤਾਂ ਤੇ ਪੂਰੇ ਪਾਕਿਸਤਾਨ ਦੇ ਹਰਾਮ ਦੇ 17 ਪਾਰਟੀਆਂ ਅਰਬਾਂ ਰੁਪਈਆ ਜ਼ਾਇਆ ਪਿਆ ਹੁੰਦਾ ਜੋ ਜ਼ੁਲਮ ਕਰ ਬੈਠੇ ਨੇ ਇੱਕ ਵੀ ਕੇਸ ਇਮਰਾਨ ਖਾਨ ਦੇ ਖਿਲਾਫ ਹੈ। ਕੋਈ ਮੇਰੇ ਜਵੇਦ ਸਾਹਿਬ ਕੋਈ ਇਮਰਾਨ ਖਾਨ ਰਿਸ਼ਤੇਦਾਰ ਨਹੀਂ ਹੈ ਜਾਂ ਮੈਂ ਕੋਈ MNA MPA ਨਹੀਂ ਬਣਨਾ ਮੈਂ ਕੋਈ ਵਜ਼ੀਰ ਨਹੀਂ ਬਣਨਾ। ਮੈਂ ਸੱਚੀ ਗੱਲ ਕਰਦੀ ਮੈਂ ਖੁਦਾ ਕੇ ਜਾਨ ਦੇਣੀ ਤੁਸੀਂ ਦੱਸੋ ਹੁਣ ਇਮਰਾਨ ਖਾਨ ਦੇ ਖਿਲਾਫ ਕੋਈ ਕੇਸ ਨਾ ਲੱਭੇ ਕੋਈ ਅਰਬਾਈ ਨਾ ਛੱਡੇ ਕੋਈ ਅਰਬਾਈ ਨਾ ਕੋਈ ਬੁਰੀ ਤੋਂ ਬੁਰੀ ਗੱਲ ਨਾ ਛੱਡੀ ਹੈ
ਇਹਨਾਂ ਨੂੰ ਕੋਈ ਕੇਸ ਇਹੋ ਜਿਹਾ ਨਹੀਂ ਲੱਭਦਾ ਪਿਆ। ਜੱਜ ਇਹਨਾਂ ਖਰੀਦੇ ਨੇ, ਪੁਲਿਸ ਇਹਨਾਂ ਖਰੀਦੀ ਹੈ, ਜੋ ਹਰਾਮੀ ਜਨਰਲ ਅਤੇ ਬ੍ਰਿਗੇਡੀਅਰ ਇਹਨਾਂ ਖਰੀਦੇ ਨੇ। ਕੋਈ ਜ਼ੁਲਮ ਦੀ ਇੰਤਹਾ ਹੈ। ਤੁਸੀਂ ਤੱਕ ਲਓ, ਇੱਕ ਵੀ MLA ਜਾਂ MPA ਨੂਨ ਲੀਗ ਦਾ ਜਾਂ ਪੀਪਲ ਪਾਰਟੀ ਦਾ ਜਾਂ ਫਰਲੰਡੂ ਦਾ ਜਾਂ ਵਲੀ ਖਾਨ ਦਾ ਕੋਈ ਇਹੋ ਜਿਹਾ ਹੈ ਜਿਹੜਾ ਬੇਦਾਗ ਹੋਵੇ, ਬੇਗੁਨਾਹ ਹੋਵੇ, ਚੋਰ ਨਾ ਹੋਵੇ, ਡਾਕੂ ਨਾ ਹੋਵੇ, ਕਾਤਲ ਨਾ ਹੋਵੇ, ਮਨੀ ਲਾਂਡਰ ਨਾ ਹੋਵੇ। ਬਾਹਰ ਨੇ ਜਨਰਲਾਂ ਬਣਾਈਆਂ ਹੁਣ, ਉਹਨਾਂ ਦੇ ਸਾਰੇ ਬੰਦੇ ਜਿਹੜੇ ਨੇ ਉਹਨਾਂ ਦੇ ਕਾਨੂੰਨ ਐਕਸੈਪਟ ਵੀ ਹੁੰਦੇ ਨੇ। ਜੋ ਤਰੀਕੇ ਇਨਸਾਫ ਦਾ ਬੰਦੇ ਨਵੇਂ ਬੰਦੇ ਬੇਗੁਨਾਹ ਬੰਦੇ ਨੇ, ਦੁੱਧ ਵਾਂਗੂ ਚਿੱਟੇ ਦੁੱਧ ਨੇ, ਉਹਨਾਂ ਦੇ ਰਿਜੈਕਟ ਵੀ ਹੁੰਦੇ ਨੇ। ਪੁਲਿਸ ਨੇ ਬਦਮਾਸ਼ੀ ਲਾਈ ਹੈ, ਉਹ ਪੁਲਿਸ ਨਹੀਂ ਹੈ। ਪੁਲਿਸ ਵਾਲੇ ਥੋੜੇ ਨੇ ਵਿੱਚ ਜਿਹੜੇ ਹਰਾਮੀ ਨੇ, ਆਸਮਾ ਮੁਨਾਫਿਕ ਨੇ ਆਪਣੇ ਫੌਜੀ ਛੱਡੇ ਨੇ, ਤੇ ਜਾਂ ਜਿਹੜੇ ਬੰਦੇ ਨਾ ਇਸ਼ਤਿਹਾਰੀ ਕਾਤਲ ਬਦਮਾਸ਼ ਜੇਲ੍ਹਾਂ ਚੋਂ ਕੱਢ ਕੇ ਪ੍ਰਾਈਵੇਟ ਕੱਪੜੇ ਨਾਲ ਛੱਡੇ ਨੇ। ਮੈਂ ਅਪੀਲ ਕਰਨਾ ਪਾਕਿਸਤਾਨੀ ਬੰਦਿਆਂ ਅੱਗੇ, ਸਾਥੀਆਂ ਅੱਗੇ, ਜਿਹੜੇ ਬੰਦੇ ਉਹ ਬੇਗੁਨਾਹ ਹੋ, ਇਹ ਸਾਰੇ ਬੰਦੇ ਜਿਹੜੇ ਰਾਤੀ ਹਮਲਾ ਕਰਦੇ ਨੇ ਘਰ ਤੇ ਗੈਰਤ ਖਾਓ, ਉੱਥੋਂ ਪੂਰਾ ਮਹੱਲੇ ਦਾ ਬੰਦੇ ਨੂੰ ਫੜ ਲਓ, ਇਹਨਾਂ ਨੂੰ ਨਸਲ ਨਾ ਦਿਓ। ਅੱਛਾ ਗੱਲ ਸੁਣੋ, ਵੀਡੀਓ ਲਓ, ਜਿਹੜੇ ਸਾਹਿਬ ਗੱਲ ਕਰਨਾ ਨਹੀਂ। ਅੱਛਾ ਗੱਲ ਮੇਰੀ ਸੁਣ ਲਓ, ਕੋਈ ਇਹੋ ਜਿਹੀ ਗੱਲ ਨਾ ਕਰ ਦੇਣਾ, ਫੜ ਲੈਣ ਤੱਕ ਤੇ ਠੀਕ ਹੈ, ਫੜਨ ਤੋਂ ਬਾਅਦ ਦੀ ਗੱਲ ਨਹੀਂ ਕਰਨੀ। ਇਹ ਦੱਸੋ ਕਿ ਇਲੈਕਸ਼ਨ ਹੋਣਗੇ ਕਿ ਨਹੀਂ? ਜਿਹੜੇ ਸਾਹਿਬ ਇਲੈਕਸ਼ਨ ਹੋਣ ਨਾ ਹੋਣ, ਇਲੈਕਸ਼ਨ ਕੋਈ ਨਹੀਂ ਜੀ, ਦੁਆਈ ਖੁਦਾ ਦੀ ਇਲੈਕਸ਼ਨ ਕੋਈ ਨਹੀਂ ਜੀ। ਜੇ ਇਲੈਕਸ਼ਨ ਕਰਾਉਂਦੇ ਹੋ ਮੇਰੇ ਨਾਲ ਸ਼ਰਤ ਲਾ ਲਓ, ਦਾਤਾ ਜ਼ੂ ਕੁਰਾਨ ਤੇ ਬਹਿ ਕੇ ਲਫ਼ ਲੈ ਲਓ, 2 ਸੀਟਾਂ ਜਿਹੜੀਆਂ ਤਰੀਕੇ ਲਬੈਕ ਦੀਆਂ ਤੇ 1 ਸੀਟ ਜਮਾਤ ਇਸਲਾਮੀ ਤੋਂ ਇਲਾਵਾ ਪੂਰੇ ਪਾਕਿस्तान तरीके इंसाफ, पूरे पाकिस्तान जितनी होनी है कांदली जुल्म लड़ाई और जो करवांदा पे आसमा मुनाफिक करवांदा जितया ਇਹਦੇ ਨਾਲ ਜਰਨੈਲ ਨੇ ਤੇ ਜਿਹੜੇ ਥੱਲੇ ਵਾਲੇ ਜਰਨੈਲ ਜਾਂ ਬ੍ਰਿਗੇਡੀਅਰ ਕਰਨਲ ਰੁਪਈਆਂ ਦੇ ਲਾਲਚ ਵਾਸਤੇ, ਪਲਾਟਾਂ ਦੇ ਲਾਲਚ ਵਾਸਤੇ, ਜ਼ਮੀਨ ਦੇ ਲਾਲਚ ਵਾਸਤੇ ਇਹਦੇ ਹੁਕਮ ਨੂੰ ਫਾਲੋ ਪੇ ਕਰਦੇ ਨੇ। ਇੱਥੇ ਵੀ ਜਨਮ ਜੇ, ਅੱਗੇ ਵੀ ਜਨਮ ਜੇ। ਹੁਣ 2 ਹੀ ਸੂਰਤਾਂ ਵਿੱਚ ਵੇ ਸਾਹਿਬ, ਤੀਜੀ ਕੋਈ ਸੂਰਤ ਨਹੀਂ ਜੇ। ਜਾਂ ਪਾਕਿਸਤਾਨ ਨਹੀਂ ਤੇ ਜਾਂ ਇਹ 20-25 ਜਨਰਲ ਤੁਸੀਂ ਆ ਜਾਣਾ ਹੱਥ ਹੋਣਾ ਰੱਖਦਾ ਉਹਨਾਂ ਲਫ਼ਜ਼ਾਂ 'ਚ ਕਹਿੰਦਾ, ਮੈਂ ਦੂਜੇ ਲਫ਼ਜ਼ ਹੋਰ ਹੈ ਲੇਕਿਨ ਉਹਨੂੰ ਤੁਸੀਂ ਉਹ ਹੀ ਸਮਝੋ, ਪਰ ਜਦ ਤੱਕ ਇਤਸਾਬ ਨਹੀਂ ਹੁੰਦਾ। ਇਹ ਜਿਹੜਾ ਕਾਰੀ ਹੈ, ਜਿਹੜਾ ਤੁਸੀਂ ਜੱਜ ਹੈ, ਇਹ ਜਾਣਦੇ ਨੇ ਪਾਕਿਸਤਾਨ ਰਹਿਣੇ, ਇਹਨੇ ਜਿਹੜੇ ਅੰਮ੍ਰਿਤਸਰੀ ਕੰਜਰ ਨੇ ਨਵਾਜ਼ ਸ਼ਰੀਫ, ਨਾ ਇਹ ਬਾਹੂ ਹੈ, ਨਾ ਇਹ ਉਹ ਕੀ ਆਦਮੀ ਕਸ਼ਮੀਰੀ ਹੈ, ਨਾ ਉਹ ਇਹ ਮੀਆਂ ਹੈ, ਇਹ ਅੰਮ੍ਰਿਤਸਰੀ ਕੰਜਰ ਨੇ। ਬੇਬੇ ਦੀ 700 ਰੁਪਏ ਦੇ ਕੇ ਆਈ ਹੈ ਮੇਰੇ ਕੋਲ। ਐਸੇ ਬੰਦੇ ਨੇ ਮੈਂ ਸਿੱਖੇ ਦੀ ਮਿਹਨਤ ਕੀਤੀ, ਮੈਂ ਕਿਹਾ ਯਾਰ ਮੇਰੇ ਕੋਲ 2000 ਯੂਰੋ ਲੈ ਲੈ। ਉਹ ਆਦਾ ਭਾਈਆ ਗੱਲ ਹੈ ਵਾ ਇੰਡੀਆ ਦੇ ਵਿੱਚ ਵੀ ਬੰਦੇ ਦੇ ਨਾਲ ਲੱਗੇ ਨੇ ਜਿਨ੍ਹਾਂ ਦੀ ਗੁਲਾਮੀ ਕਰਦਾ ਤੇ ਮੈਂ ਇੰਡੀਆ ਜਾਣਾ, ਤੂੰ ਤੇ ਬਿਮਾਰ ਹੈ, ਜਾਣਾ ਕੋਈ ਨਾ। ਵਰਨੋਂ ਵਾਲਾ ਇਹ ਕੰਜਰ ਨਹੀਂ, ਇਹਦੀ ਬੇਬੇ 700 ਚ ਵੇਖ ਕੇ ਆਈ ਹੈ ਸ਼ਮੀਮ ਤਖਨੀ ਅੰਮ੍ਰਿਤਸਰ ਬਾਜ਼ਾਰ ਚ, ਇਹਦੀ ਦਾਦੀ ਵੀ ਵੇਖ ਕੇ ਆਈ ਹੈ, ਢੋਲ ਜਾਂਦੀ। ਉਹਨੇ ਕਿਹਾ ਕੰਜਰ ਨਹੀਂ ਹੈ। ਉਹ ਆਦਾ ਅਸੀਂ ਪੂਰਾ ਇੰਡੀਆ ਹੈਰਾਨ ਪਰੇਸ਼ਾਨ ਹੈ ਨਾ, ਉਹਨਾਂ ਪਹਿਲਾਂ ਨਹੀਂ ਧੱਕੇ ਨਾਲ। ਚਲੋ ਇਹ ਤੇ ਅੱਛਾ, ਚਲੋ ਗੱਲ ਸੁਣੋ, ਚਲੋ ਜਿਹੜੀ ਗੱਲ ਤੁਸੀਂ ਕਹਿ ਰਹੇ ਜੇ ਫਰਜ਼ ਕਰੋ ਮੰਨ ਵੀ ਲਈਏ, ਤੇ ਬਾਕੀ 25 ਕਰੋੜ ਆਵਾਮ ਕੀ ਹੈ, ਉਹ ਕਿਉਂ ਨਹੀਂ, ਉਹ ਕਿਉਂ ਸੁੱਤੇ ਦੇ ਨੇ? ये कौमत दरबार क्यों आया, तुर्की का दरबार क्यों आया, जिन्ना पता नहीं किनिया सदियां घूमत की बता मुल्कों से अद्धी दुनिया से एक गद्दार जमया था तुर्क, बेड़ा गर्क नहीं कर गया। जेडे फलस्तीन जेडे सादे बंदे पुराने बुजुर्ग दादे उन्होंने पोते आई कुर्बानी नहीं देन दे। जब तक हो थले जड़ियां सुरंगा बनिया, मैं न्याय देना कुरान ते फैसला जे बंदे नहीं बनाई है, ना बंदे को बनी बंदा इन्हें काम कर सकते नहीं। जवेद साहब उन्होंने को इन्हें फाइल नहीं, ये फरिश्तियां बनाई है। उत्ते खुदा का घर है, बैतुल मुकद्दस है, उत्ते पता नहीं 8 नबियां दी कब्रां ने, रोज़े मुबारक ने। ये अल्लाह ताला जो करन दे फरिश्तियां की और तो तक ना सुनना कोई इंसान सुरंग बना सकता है नहीं। जवेद साहब कित्थों ये मटीरियल है, कित्थों ही नहीं दुनिया आई है। कोई 600-700 किलोमीटर जमीन की तह कोई थले जा कोई तो बम भी काम नहीं करता। इस्लाम नहीं खत्म होना, मुसलमाना नहीं खत्म होना, पर कुर्बानियां देनियां पैनियां। ये पाकिस्तानी कौम नूं गैरत ना आई, ये ना उठे, कोई इलेक्शन नहीं, इन्हें कोई इलेक्शन नहीं। अज भी आसमे मुनाफिक तो उहदे हवारियां नूं उत्थे पहुंचावांगे जिथे दे ये हैन ते विच जज जेडे 4-5 जज छड्ड दो सुप्रीम कोर्ट हाई कोर्ट दे, बाकी जो दुल्ला है वो जो फैसला करके नस के गना के बच रहे और जिन्होंने आदि दिलावरा के की एक अमर फरूका वापस चल गया है, जेडे काली नाल बंदे लाए ने, ये जेडे जज ने एक कौम के दुश्मन ने, एक दारे पाकिस्तान की नस्ल की 7 नस्ल मुकन दिया तां गंद साहब जेडे साहब मुक दी गल है। कल परसों बंदा पैदा सी टोटल 50-52 बंदे ने टंगना चाहिए, मैं नहीं 50-52 बंदे टंगो। जेडे साहब एक तो साहब होवे
लेकिन 12,000 बंदा जे चौवां सूबे चों विच DIG IG जज जनरल ब्रिगेडियर ਜਿਹੜੇ ਨਾ ਮੁਰੱਬਿਆਂ ਨੇ ਕਬਜ਼ਾ ਕੀਤੇ ਹੈ, ਜ਼ਮੀਨਾਂ ਨੇ ਕਬਜ਼ਾ ਕੀਤੇ ਹੈ, ਬਾਹਰ ਨਸੇ ਨੇ, ਵਿੱਚੇ ਕਿਆਨੀ, ਵਿੱਚੇ ਸ਼ਰੀਫ, ਵਿੱਚੇ ਮੁਸ਼ਰਫਾ, ਇਹਨਾਂ तमाम ਕੋਲੋਂ ਜੇ ਕੌਮ ਨੂੰ ਗੈਰਤ ਨਹੀਂ ਆਉਣੀ, ਕੌਮ ਨੇ ਨਹੀਂ ਉੱਠਣਾ, ਇਹ ਜ਼ਮੀਨਾਂ ਦੇ ਕੋਲ ਵਾਪਸ ਕੋਠੀਆਂ ਜਿਹੜਾ ਨੇ ਥਾਂ ਥਾਂ ਤੇ ਲਿਖਿਆ ਕਰਨਲ ਸਟੋਰ, ਇਹ ਜਨਰਲ ਸਟੋਰ, ਇਹ ਬ੍ਰਿਗੇਡੀਅਰ ਦੇ ਪਿਓਰ ਮੁਲਕ ਹੈ। ਜਿਵੇਂ ਸਾਹਿਬ ਤੁਸੀਂ ਇਮਾਨਦਾਰੀ ਨਾਲ ਦੱਸੋ ਮੇਰੀ ਗੱਲ, ਮੈਂ ਆਰਾਮ ਨਾਲ ਗੱਲ ਕਰਨਾ ਬਿਮਾਰ ਬੰਦਾ, ਤੁਸੀਂ ਦੱਸੋ गरीबों के पुत्र इन्ने की लायक ने, मैं जानना खुदा पाक की कसम माले मेरे पिंड के 3-4 मुंडे इतने की लायक ने, मैं अपने बच्चों को उन्होंने को बहन के काबिल नहीं समझता, और कमियां के बच्चे थे मैं उन्होंने कमी नहीं समझता, वो खुदा की मरूर कलमा नबी के पढ़ते ने 5 वक्त नमाजी बच्चे ने, चलो टाइम खत्म सही नहीं चलेगी ने, और अच्छे आके बाहर अफसर लगे ने, इटली के मुल्क कहते सीए मैनेजर लगे जा, चलो टाइम खत्म हो गया, पाकिस्तान चले थोड़ा वकील एक डॉक्टर, तो मैं अर्ज करना पिया जो बुढ़ा रिटायर है ਲੱਖਾਂ रुपये उन्होंने तनखा है, गड्डियां लभियां, हर चीज फ्री है, 30-40 ਲੱਖ रुपया ਤੇ ਜਿਹੜੇ ਰਿਸ਼ਵਤ ਲੈਣ ਦੇ ਨੇ, ਜਿਹੜੇ ਜ਼ਮੀਨਾਂ ਨੇ ਕਬਜ਼ਾ ਕਰਦੇ, ਜਿੱਥੇ ਤੱਕ ਉਹ ਰਿਟਾਇਰ ਬੁੱਢੇ ਜਵਾਨ ਬੈਠੇ ਆ, ਬਗੀਜੀ ਬੈਠੀ, ਕਿਉਂ ਉਹਨਾਂ ਗਰੀਬਾਂ ਦਾ ਹੱਕ ਨਹੀਂ? ਪਾਕਿਸਤਾਨੀ ਦਾ ਮੁਲਕ ਨਹੀਂ ਹੈ, ਉਹਨਾਂ ਦੇ ਬੱਚੇ ਨਹੀਂ ਅੱਗੇ ਆਉਣੇ ਚਾਹੀਦੇ? ਤੁਸੀਂ ਇੱਕ ਚੀਜ਼ ਰੱਖੀ ਫਿਰ ਤੱਕ ਲਓ ਰਿਟਾਇਰ, ਨਾਇਬ ਤੱਕ ਲਓ ਜਨਰਲ ਰਿਟਾਇਰ, ਨਾਜ਼ਰਾ ਦਫ਼ਤਰ ਤੱਕ ਲਓ ਰਿਟਾਇਰ ਜਨਰਲ, ਜਿੱਥੇ ਤੱਕ ਲਓ ਜਨਰਲ ਬੈਠੇ ਨੇ, ਵਾਪਸ ਜਾਓ ਜਨਰਲ, ਤੁਸੀਂ ਸੂਈ ਜਾਓ ਜਨਰਲ, ਤੁਸੀਂ ਜਨਾਬ ਨੇ कराची जाओ स्टेट चावल जनरल कर्नल हर जगह ਤੇ ਮੈਂ ਕਿਹਾ कर्नल जनरल ਚੱਲ ਰਿਹਾ। बहुत शुक्रिया ਤੁਹਾਡਾ। नहीं जवेद साहब अगर मैं गल गलत करना पे मैं नहीं ਤੁਸੀਂ ਠੀਕ ਕਰ ਰਹੇ ਜੇ, ਠੀਕ ਕਰ ਰਹੇ ਜੇ, ਗੱਲ ਸੱਚੀ ਹੈ। टाइम देना ਤੁਹਾਡੀ ਮਿਹਰਬਾਨੀ, ਇਹ ਮੁਲਕ ਦੇ ਕਿਆਮਤ ਆਈ ਹੈ, ਤੁਹਾਨੂੰ ਵੀ ਖੁਦਾ ਜਜ਼ਾ ਦੇਗਾ। ਮੈਨੂੰ ਕੋਈ ਲਾਲਚ ਨਹੀਂ ਤੁਹਾਡੇ ਸਾਹਮਣੇ, ਮੈਨੂੰ ਕੋਈ, ਮੈਂ ਕੁਝ ਵੀ ਨਹੀਂ ਬਣਨਾ, ਨਾ ਮੇਰੇ ਖਾनदान ਚ कोई, मैं सच्चा बंदा, मैं रह नहीं, मैं अल्लाह की कसम खबर सुन के बीमार मेरा अगे ब्लड प्रेशर हाई होंगे हूँ लो होने लग पिया। मैं कल डॉक्टर ने आख्या लो दवा का एक सोचिया ना कर, और मैं क्या या तो फोन ना चकीए तो आराम नहीं आता, तो जो तकने अगे अग बलती होंगी है, एडी तो कौन है, 5 करोड़ बंदा बाहर फड़ो इन्हों जुल्म दे, कोई इलेक्शन लुक्शन नहीं जे, आज भी मरना जे, कुर्बानी देनी जे, जब तक जितने बंदे कागज जवेद साहब इन्होंने हर धांधली करनी, इन्होंने लखा लोगों ने जल्दी शनाख्ती कार्ड बना लिया, नाता जो जवान सभा से भाई सुनते मेरी गल पे, इन्हें इतनी की धांधली करनी, धांधली नहीं धांधल है कोई नवाज हाजा सब इस काबिल है इलेक्शन, एक भी बंदा नून लीग का नवाज शरीफ इलेक्शन लड़ सकता, उनकी कुड़ी लड़ सकती है इलेक्शन, कोई गल करने वाली कोई, जिन्हें मुल्क लुटे है डिक्लेयर जमीन है, अरबा खरबा के जनाब केस चलते हैं, दुनिया इन्होंने मनता मीडिया जिन्हें कि इन्होंने खिलाफ केस दायर हुए हैं, कोई पाकिस्तान किसे किए हैं, इंटरनेशनल मीडिया नहीं दायर किए, इन्हें कोई सबूत दिते हैं, जो काजी है काजी रुपये ले ने बगैरत के बच्चे ने अरबा लैके महल बनाए नवाज के नाल दूजी गली 2 मकान, ये नहीं बोल सकता, ये मर्द ये फसाई की वीडियो बनी है, इन्हें रुपये ले ने बेच छापे, एक कान है, ये मुल्क तबाह हो जाए ये नहीं बात आ सकता। दुआ करो अल्लाह की दात मुल्क कोई जहाँ जरनैलों गैरत दे या कौम नूं गैरत दे, 2 ही सूरत जहाँ जरनैल भी चली आवन, इन्होंने उठाना उन्होंने फड़ ले। चलो ठीक है, बहुत शुक्रिया, चलो बहुत शुक्रिया, बड़ा लंबा हो गया प्रोग्राम। अस्सलाम वालेकुम व रहमतुल्लाहि व बरकातहू। ना जी यकूब साहब असल में बीमार आदमी हैं, और वो ठीक कह रहे कि पाकिस्तान से ज़ाहिर इन्हें मोहब्बत है, और जब वहाँ से कभी कोई ठंडी हवा ही नहीं आई, हमेशा ऐसी खबरें मिलती हैं कि जो आप सबके इल्म में। हमारे चैनल को सब्सक्राइब कर जुड़े रहें हमारे साथ।